ਨਾ ਤੇ ਲਾਲਜੀਤ ਭੁੱਲਰ ਨੇ ਆਪ ਕੋਈ ਬੱਸ ਪਾਈ ਆ ਪਿੱਛੇ ਤੇ ਨਾ ਲਾਲਜੀਤ ਭੁੱਲਰ ਕੋਈ ਗਾਂ ਬੱਸ ਪਾਊਗਾ। ਤੁਸੀਂ ਦਾਅਵਾ ਇਸ ਵੇਲੇ ਕਰਦੇ ਹੋ ਕਿ ਗੈਰ ਕਾਨੂੰਨੀਆਂ ਬੱਸਾਂ ਚੱਲਣੀਆਂ ਬੰਦ ਹੋ ਗਈਆਂ ਪੰਜਾਬ ਦੇ ਵਿੱਚ? ਪ੍ਰਾਈਵੇਟ ਬੱਸਾਂ ਉਹਨਾਂ ਦਾ ਬੋਲਬਾਲਾ ਘੱਟ ਆ, ਸਰਕਾਰੀ ਬੱਸਾਂ ਜਿਹੜੀਆਂ ਉਹ ਸੜਕਾਂ ਤੇ ਭੱਜੀਆਂ ਫਿਰਦੀਆਂ ਵਾਧੂ ਦੇਤੀਆਂ। ਸਾਲਾ ਜੀਜਾ ਸੂਪ ਕਿੰਨਾ ਕੁਝ ਹੁੰਦਾ ਰਿਹਾ ਤੇ ਹੁਣ ਜੱਫੀ ਪਾਲੀ ਕਹਿੰਦੇ ਆਪਾਂ ਇਕੱਠੇ ਹੀ ਆ, ਇੱਕੋ ਗੱਲ ਹੀ ਆ। ਤੇ ਜਦੋਂ ਆਪਾਂ ਕਿਸੇ ਦਾ ਹੱਕ ਖਾਵਾਂਗੇ ਉਦੋਂ ਕੋਈ ਨਾ ਤੇ ਪ੍ਰਮਾਤਮਾ ਖੁਸ਼ ਹੁੰਦਾ ਤੇ ਨਾ ਉਹ ਲੋਕ ਉੱਥੋਂ ਦੇ ਖੁਸ਼ ਹੁੰਦੇ ਆ। ਜਿਹਦੇ ਕੋਲ ਪੰਚਾਇਤੀ ਜ਼ਮੀਨ ਹੋਵੇ ਭਾਵੇਂ 1 ਏਕੜ ਤੇ ਭਾਵੇਂ 20 ਏਕੜ ਭਾਵੇਂ 50 ਏਕੜ, ਉਹਦੀ ਦੰਦ ਕਥਿਆ ਇਲਾਕੇ 'ਚ ਪਿੰਡ 'ਚ ਚੱਲਦੀ ਰਹਿਣੀ ਆ ਵੀ ਆ ਯਾਰ ਬੰਦਾ ਇਹਨੇ ਪੰਚਾਇਤੀ ਜ਼ਮੀਨ ਬੜੇ ਚਿਰ ਦੀ, ਪਹਿਲਾਂ ਇਹਨਾਂ ਦੇ ਦਾਦੇ ਵਾਹੁੰਦੇ, ਮੁੜ ਕੇ ਇਹਨਾਂ ਦੇ ਬਾਪ ਗਾਂ ਇਹ ਵਾਹੀ ਜਾਂਦੇ ਆ, ਉਹ ਬੜਾ ਚਿਰ ਇਹਨਾਂ ਨੇ ਇਹਦੀ ਆਮਦਨ ਖਾਧੀ ਆ। ਤੇ ਕਿਤੇ ਵੇਖੋ ਉਹਨਾਂ ਬੰਦਿਆਂ ਦਾ ਜਿਹੜੇ ਪੰਚਾਇਤੀ ਜ਼ਮੀਨਾਂ ਤੇ ਕਬਜ਼ੇ ਕਰਦੇ ਆ ਉਹਨਾਂ ਦਾ ਕਦੀ ਕੁਝ ਬਣਿਆ ਨਹੀਂ। ਮੈਂ ਤੇ ਆਪਦੇ ਹਲਕੇ 'ਚੋਂ ਵੀ ਕਿਸੇ ਦਾ ਕੋਈ ਲਿਆਈ ਨਹੀਂ, ਭਾਵੇਂ ਕੋਈ ਮੇਰਾ ਰਿਸ਼ਤੇਦਾਰ ਵੀ ਹੋਵੇ। ਮੈਂ ਸਿੱਧੀ ਗੱਲ ਕਹਿਣਾ ਵੀ ਬੋਲੀ ਜਾਓ, ਬੋਲੀ ਦੇ ਕੇ ਜ਼ਮੀਨ ਲਓ ਜੇ ਕਿਸੇ ਨੇ ਲੈਣੀ ਆ। ਕੋਈ ਕਿਸੇ ਨਾਲ ਮੈਂ ਪੱਖਪਾਤ ਨਹੀਂ ਕਰਨਾ। ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਆਨੰਦਪ੍ਰੀਤ ਸਿੰਘ। 15 ਮਹੀਨੇ ਪਹਿਲਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤੇ ਜਿਹੜੇ ਇੱਕ ਮੁੱਖ ਕੰਮ ਸਰਕਾਰ ਦਾ ਜਿਸ ਨੂੰ ਸਰਕਾਰ ਆਪਣੀ ਪ੍ਰਾਪਤੀ ਵਜੋਂ ਗਣਾਉਂਦੀ ਹੈ ਉਹ ਹੈ ਜੀ ਕਿ ਗੈਰ ਜਿਹੜੀਆਂ ਕਾਨੂੰਨੀ ਤੌਰ ਦੇ ਉੱਤੇ ਪੰਚਾਇਤੀ ਜ਼ਮੀਨਾਂ ਦੱਬੀਆਂ ਹੋਈਆਂ ਨੇ ਉਹ ਸਰਕਾਰ ਲਗਾਤਾਰ ਛਡਾ ਰਹੀ ਹੈ। ਪਰ ਹੁਣ ਉਸ ਮਹਿਕਮੇ ਦੇ ਵਿੱਚ ਨਵੇਂ ਮੰਤਰੀ ਲਾਲਜੀਤ ਸਿੰਘ ਭੁੱਲਰ ਸਾਹਿਬ ਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ। ਟਰਾਂਸਪੋਰਟ ਮਹਿਕਮਾ ਵੀ ਇਹਨਾਂ ਕੋਲੇ ਬੜੇ ਦੋਨੋਂ ਅਹਿਮ ਮਹਿਕਮੇ ਨੇ ਤੇ ਇਹ ਮਹਿਕਮਿਆਂ ਦੇ ਵਿੱਚ ਕੀ ਨਵਾਂ ਹੋਣ ਜਾ ਰਿਹਾ ਹੈਗਾ ਤੇ ਪਿਛਲੇ ਸਮੇਂ ਦੇ ਦੌਰਾਨ ਇਹਨਾਂ ਨੇ ਕੀ ਕੀਤਾ, ਇਹਦੇ ਬਾਰੇ ਗੱਲਬਾਤ ਕਰਦੇ ਹਾਂ। ਮੰਤਰੀ ਸਾਹਿਬ ਬਹੁਤ ਬਹੁਤ ਸਵਾਗਤ, ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਧੰਨਵਾਦ ਆਨੰਦ ਜੀ, ਤੁਸੀਂ ਅੱਜ ਇੰਟਰਵਿਊ ਕਰਨ ਲਈ, ਲੋਕਾਂ ਦੇ ਰੂਬਰੂ ਕਰਨ ਲਈ ਇੱਥੇ ਸਾਡੇ ਦਫ਼ਤਰ ਸੈਕਟਰੀਏਟ 'ਚ ਆਏ, ਧੰਨਵਾਦ ਤੁਹਾਡਾ ਜੀ। ਮੰਤਰੀ ਸਾਹਿਬ ਤੁਸੀਂ ਵੀ ਲਗਾਤਾਰ ਉਸੇ ਤਰਜ਼ ਦੇ ਉੱਤੇ ਜ਼ਮੀਨਾਂ ਛਡਾ ਰਹੇ ਹੋ। ਪਿਛਲੇ ਦਿਨਾਂ ਦੇ ਵਿੱਚ ਤੁਸੀਂ 850 ਏਕੜ ਦੇ ਕਰੀਬ ਜ਼ਮੀਨ ਛਡਾਈ, ਉਸ ਤੋਂ ਪਹਿਲਾਂ ਵੀ ਲਗਾਤਾਰ ਇਹ ਸਿਲਸਿਲਾ ਚੱਲਦਾ ਆ ਰਿਹਾ ਹੈਗਾ। ਤੁਹਾਨੂੰ ਕੀ ਲੱਗ ਰਿਹਾ ਹੈਗਾ ਇਸ ਵੇਲੇ, ਤੁਸੀਂ ਕੀ ਸੋਚ ਰਹੇ ਹੋ? ਕਿਉਂਕਿ ਹੁਣ ਤੁਸੀਂ ਵਿਭਾਗ ਨੂੰ ਵੀ ਸਮਝ ਲਿਆ ਹੋਏਗਾ, ਥੋੜਾ ਸਮਝ ਆ ਗਿਆ ਹੋਏਗਾ। ਕਿੰਨੀ ਕੁ ਜ਼ਮੀਨ ਤੁਹਾਨੂੰ ਲੱਗਦਾ ਹੈ ਕਿ ਇਸ ਵੇਲੇ ਦੱਬੀਆਂ ਹੋਈਆਂ ਨੇ ਤੇ ਜਿਹੜੀ ਉਹ ਦੱਬੀਆਂ ਹੋਈਆਂ ਜ਼ਮੀਨਾਂ ਨੇ ਕਿ ਲੋਕ ਆਪ ਮੁਹਾਰੇ ਛੱਡ ਰਹੇ ਨੇ ਜਾਂ ਫਿਰ ਸਰਕਾਰ ਨੂੰ ਸਖਤੀ ਵਰਤਣੀ ਪੈ ਰਹੀ ਹੈ? ਵੇਖੋ ਕਈ ਲੋਕ ਤੇ ਇਹ ਸਮਝਦੇ ਆ, ਸੋਚਦੇ ਆ ਕਿ ਇਹ ਜਿੰਨਾ ਚਿਰ ਅਸੀਂ ਆਮਦਨ ਖਾ ਲਈ ਆ ਉਹ ਲਾਹੇ ਦੀ ਆ, ਇਹ ਸਰਕਾਰ ਦੀ ਜ਼ਮੀਨ ਹੈ, ਪੰਜਾਬ ਦੇ ਲੋਕਾਂ ਦੀ ਜ਼ਮੀਨ ਹੈ। ਲੋਕ ਖੁਦ ਵੀ ਅੱਗੇ ਆ ਕੇ ਜ਼ਮੀਨਾਂ ਛੱਡ ਰਹੇ ਆ। ਪਿਛਲੇ ਸਾਲ ਜਿਹੜੇ ਸਾਡੇ ਪਹਿਲੇ ਮੰਤਰੀ ਸਨ ਸਰਦਾਰ ਕੁਲਦੀਪ ਸਿੰਘ ਧਾਰੀਵਾਲ, ਉਹਨਾਂ ਦੀ ਅਗਵਾਈ 'ਚ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ 9000 ਏਕੜ ਜਿਹੜੀ ਕਬਜ਼ਾ ਮੁਕਤ ਕਰਾਈ ਗਈ ਜ਼ਮੀਨ। ਉਹਦੇ ਬਾਅਦ ਇਸ ਸਾਲ ਵੀ 31 ਮਈ ਤੱਕ ਜਿਹੜੀ ਇਹ ਮੁਹਿੰਮ ਚੱਲੀ। 31 ਮਈ ਤੱਕ 1300 ਏਕੜ ਪੰਜਾਬ ਸਰਕਾਰ ਦੇ ਅਧੀਨ ਆਈ, ਜਿਹੜੀ ਸਾਡੀ ਪੰਚਾਇਤੀ ਸ਼ਾਮਲਾਟ ਹੋਰ ਵੀ ਜਿਹੜੀ ਪੰਜਾਬ ਸਰਕਾਰ ਦੀ ਜ਼ਮੀਨ ਹੈ। ਤੇ 1 ਤਰੀਕ ਤੋਂ ਦਾਸ ਨੂੰ ਇਹ ਵਿਭਾਗ ਸਾਂਭਣ ਦੀ ਜ਼ਿੰਮੇਵਾਰੀ ਦਿੱਤੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ, ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੇ। ਤੇ 1 ਤਰੀਕ ਤੋਂ ਲੈ ਕੇ ਪਰਸੋਂ ਦੇ ਦਿਨ ਤੱਕ ਜਿਹੜੀ 250 ਏਕੜ ਤੋਂ ਪਲੱਸ ਜ਼ਮੀਨ ਜਿਹੜਾ ਸਾਡਾ ਵਿਭਾਗ ਜਾ ਕੇ ਵੱਖ-ਵੱਖ ਪਿੰਡਾਂ ਦੇ ਵਿੱਚ ਕਬਜ਼ੇ ਲੈਂਦਾ ਰਿਹਾ। ਉਹਦੇ ਬਾਅਦ ਜਿਹੜੀ 1-2 ਦਿਨ ਪਹਿਲਾਂ 850 ਏਕੜ ਦਾ ਕਬਜ਼ਾ ਲਿਆ ਪਿੰਡ ਡਡਿਆਲ ਦੇ ਵਿੱਚ, ਦਸੂਹਾ ਬਲਾਕ ਆ। ਤੇ ਬੜੀ ਉੱਥੇ ਲੋਕਾਂ ਨੇ ਖੁਸ਼ੀ ਨਾਲ ਇਹ ਜ਼ਮੀਨ ਦਿੱਤੀ ਪੰਜਾਬ ਸਰਕਾਰ ਨੂੰ ਵਾਪਸ। ਤੇ ਉਹਦੇ ਬਾਅਦ 850 ਏਕੜ ਦੇ ਵਿੱਚੋਂ 450 ਦੇ ਕਰੀਬ ਉਸੇ ਦਿਨ ਹੀ ਲੋਕਾਂ ਨੇ ਬੋਲੀ ਤੇ ਪੈਸੇ ਦੇ ਕੇ ਆਪਦੇ ਨਾਲ ਪਰਚੀਆਂ ਕਟਾ ਲਈਆਂ। ਤੇ ਬਾਕੀ ਵੀ ਵਿਭਾਗੀ ਅਧਿਕਾਰੀਆਂ ਤੋਂ ਪਤਾ ਕੀਤਾ ਕੱਲ੍ਹ, ਬਾਕੀ ਵੀ ਜ਼ਮੀਨ ਜਿਹੜੀ ਉਹ ਠੇਕੇ ਤੇ ਚੜ੍ਹ ਗਈ ਆ। ਤੇ ਮੈਂ ਇਹੋ ਬੇਨਤੀ ਕਰਦਾ ਕਿ ਜਿੰਨੀ ਵੀ ਜ਼ਮੀਨ ਪੰਜਾਬ ਦੇ ਜਿੰਨੇ ਵੀ ਲੋਕਾਂ ਨੇ ਕਬਜ਼ਾ ਕੀਤਾ ਆ, ਕਈ ਲੋਕ ਇਹ ਬਣਾ ਕੇ ਬਹਿ ਗਏ ਆ ਕਿ ਇਹਨਾਂ ਦੇ ਸਾਡੇ ਸਟੇ ਆ ਜੀ, ਗਰਦੌਰੀਆਂ ਜੀ। ਵੇਖੋ ਜੇ ਕਿਤੇ ਆਪਾਂ ਪਿੰਡ ਦੇ ਵਿੱਚ ਕਿਸੇ ਦੀ ਕੋਈ NRI ਹੁੰਦਾ ਜਾਂ ਕੋਈ ਕਿਸੇ ਦੀ ਵੀ ਆਪਾਂ ਜ਼ਮੀਨ ਠੇਕੇ ਤੇ ਲੈਂਦੇ ਆ ਤੇ ਜੇ ਆਪਾਂ ਧੋਖੇ ਨਾਲ ਉਹਦੀ ਗਰਦੌਰੀ ਉਹਦੇ ਨਾਂ ਤੜਾ ਕੇ ਆਪਣੇ ਨਾਲ ਕਰਾ ਲੈਂਦੇ ਆ ਤੇ ਕੱਲ੍ਹ ਨੂੰ ਮੁੜ ਕੇ ਆਪਾਂ ਜਾ ਕੇ ਅਦਾਲਤਾਂ 'ਚ ਸਟੇ ਲੈ ਲਈਏ ਤੇ ਹੈਗਾ ਤੇ ਇਹ ਧੱਕਾ ਹੀ ਆ ਨਾ। ਉਸੇ ਤਰ੍ਹਾਂ ਹੀ ਜਿਵੇਂ ਆਪਾਂ ਉਹਨਾਂ ਲੋਕਾਂ ਦੀਆਂ ਜ਼ਮੀਨਾਂ ਨਾਲ ਧੱਕੇ ਕਰਦੇ ਆ ਤੇ ਮੁੜ ਕੇ ਜਦੋਂ ਅਦਾਲਤਾਂ 'ਚ ਕੇਸ ਜਾਂਦੇ ਆ, ਭਾਵੇਂ ਝੂਠੇ ਸੱਚੇ ਕਾਗਜ਼ ਲਾ ਕੇ ਕੋਈ ਸਟੇ ਲੈ ਵੀ ਆਵੇ, ਪਰ ਜਦੋਂ ਅਦਾਲਤ 'ਤੇ ਕੇਸ ਜਾਂਦਾ ਤੇ ਉਹ ਆਪਣੇ ਵਰਗੇ ਹੀ ਉੱਥੇ ਤੁਹਾਡੇ ਸਾਡੇ ਵਰਗੇ ਜੱਜ ਬੈਠੇ, ਉਹ ਸਮਝ ਜਾਂਦੇ ਸਾਰੀ ਗੱਲ। ਉਹ ਸਟੇ ਜਿਹੜੇ ਆ ਝੂਠੇ ਕਾਗਜ਼ਾਂ ਨਾਲ ਲੈ ਹੁੰਦੇ ਆ, ਉਹ ਸਟੇ ਟੁੱਟ ਜਾਂਦੇ ਆ ਤੇ ਜਿਹਦੀ ਮਾਲਕੀ ਹੋਵੇ ਉਹਦੇ ਕੋਲ ਹੀ ਵਾਪਸ ਸਰਕਾਰ, ਹਾਈ ਕੋਰਟ, ਸੁਪਰੀਮ ਕੋਰਟ, ਉਹ ਫਿਰ
ਇਹ ਮਾਨਯੋਗ ਅਦਾਲਤਾਂ ਉਸੇ ਵਿਅਕਤੀ ਨੂੰ ਹੀ ਦਿੰਦੀਆਂ, ਭਾਵੇਂ ਜ਼ਮੀਨ ਸਰਕਾਰ ਦੀ ਹੋਵੇ ਤੇ ਭਾਵੇਂ ਕਿਸੇ ਵਿਅਕਤੀ ਵਿਸ਼ੇਸ਼ ਦੀ ਹੋਵੇ। ਤੇ ਇਹਨਾਂ ਲੋਕਾਂ ਨੂੰ ਸਮਝਣਾ ਚਾਹੀਦਾ ਕਿ ਜਿਹੜੇ ਅਸੀਂ ਇਹ ਝੂਠੇ ਸਟੇ ਜਾਂ ਝੂਠੇ ਕਾਗਜ਼ ਲਾ ਕੇ ਗੁਰਦੌਰੀਆਂ ਆਪਦੇ ਨਾਂ ਕਰਾਈਆਂ, ਇਹ ਸਾਨੂੰ ਵਾਪਸ ਕਰ ਦੇਣੀਆਂ ਚਾਹੀਦੀਆਂ। ਤੇ ਜਦੋਂ ਪਰਸੋਂ ਅਸੀਂ ਇਹ 850 ਏਕੜ ਦਾ ਕਬਜ਼ਾ ਲੈਣ ਗਏ ਆ, ਉੱਥੇ ਇੱਕ ਭੈਣ ਮਿਲੀ, ਉਹਨੇ ਦੱਸਿਆ ਕਿ ਸਾਡੇ ਪਰਿਵਾਰ ਦੇ ਵਿੱਚੋਂ ਵੀ ਲੰਮੇ ਸਮੇਂ ਤੋਂ ਕਬਜ਼ਾ ਚੱਲਦਾ ਆ ਤੇ ਸਾਡੇ ਪਰਿਵਾਰ ਦੇ ਵਿੱਚ ਜਿੰਨੀ ਵੀ ਕਮਾਈ ਆਉਂਦੀ ਰਹੀ ਆ, ਉਹ ਕਮਾਈ ਜਾਂ ਤੇ ਬਿਮਾਰੀ ਤੇ ਲੱਗਦੀ ਰਹੀ ਆ ਜਾਂ ਲੜਾਈਆਂ ਝਗੜਿਆਂ ਤੇ ਲੱਗਦੀ ਰਹੀ ਆ। ਜੇ ਅਸੀਂ ਪੰਚਾਇਤੀ ਜ਼ਮੀਨ ਨੱਪੀ ਤੇ ਉਹ ਸਾਡੇ ਪੈਸੇ ਕਿਸੇ ਟਿਕਾਣੇ ਤੇ ਨਹੀਂ ਲੱਗੇ, ਉਹ ਪੁੱਠੇ ਕੰਮਾਂ ਤੇ ਹੀ ਲੱਗੇ ਆ। ਤੇ ਜਿਹੜੀ ਆਪਦੀ ਜ਼ਮੀਨ ਵੀ ਸੀ, ਉਹਨੇ ਕਿਹਾ ਵੀ ਉਹਦੇ ਵਿੱਚੋਂ ਵੀ ਸਾਡੀ ਜ਼ਮੀਨ ਵਿਕੀ ਆ, ਕੋਈ ਸਾਨੂੰ ਫਾਇਦਾ ਨਹੀਂ ਹੋਇਆ, ਅਸੀਂ ਆਪ ਹੀ ਜ਼ਮੀਨ ਛੱਡਾਂਗੇ। ਵੇਖੋ, ਜਦੋਂ ਕਿਸੇ ਦਾ ਆਪਾਂ ਹੱਕ ਮਾਰਦੇ ਹਾਂ, ਭਾਵੇਂ ਕਿਸੇ ਵਿਅਕਤੀ ਦਾ ਤੇ ਭਾਵੇਂ ਸਰਕਾਰ ਦਾ, ਜਿਹੜੀ ਸਰਕਾਰ ਦੀ ਜ਼ਮੀਨ ਹੈ ਉਹ ਵੀ ਤਾਂ ਪੰਜਾਬ ਦੇ ਲੋਕਾਂ ਦੀ ਜ਼ਮੀਨ ਹੈ ਨਾ। 3 ਕਰੋੜ ਲੋਕ ਜਿਹੜੇ ਪੰਜਾਬ ਦੇ ਵਿੱਚ ਵੋਟਰ ਸਪੋਰਟਰ ਜਾਂ ਇੱਥੋਂ ਦੀ ਆਬਾਦੀ ਆ, ਇਹ ਜ਼ਮੀਨ ਉਹਨਾਂ ਸਾਰੇ ਲੋਕਾਂ ਦੀ ਆ। ਤੇ ਜਦੋਂ ਆਪਾਂ ਕਿਸੇ ਦਾ ਹੱਕ ਖਾਵਾਂਗੇ, ਉਦੋਂ ਕੋਈ ਨਾ ਤੇ ਪ੍ਰਮਾਤਮਾ ਖੁਸ਼ ਹੁੰਦਾ ਤੇ ਨਾ ਉਹ ਲੋਕ ਉੱਥੋਂ ਦੇ ਖੁਸ਼ ਹੁੰਦੇ ਆ। ਤੇ ਉਹ ਜਿਵੇਂ ਕਹਿ ਦਿੰਦੇ ਨਾ, ਚੱਕੀ ਦਾ ਪੀਸਿਆ ਵੱਜ ਜਾਂਦਾ, ਦੰਦਾਂ ਦਾ ਪੀਸਿਆ ਨਹੀਂ ਵੱਜਦਾ। ਜਿਹਦੇ ਕੋਲ ਪੰਚਾਇਤੀ ਜ਼ਮੀਨ ਹੋਵੇ, ਭਾਵੇਂ 1 ਏਕੜ ਤੇ ਭਾਵੇਂ 20 ਏਕੜ ਭਾਵੇਂ 50 ਏਕੜ, ਉਹਦੀ ਦੰਦ ਕਥਿਆ ਇਲਾਕੇ 'ਚ ਪਿੰਡ 'ਚ ਚੱਲਦੀ ਰਹਿਣੀ ਆ ਵੀ ਆ ਯਾਰ ਬੰਦਾ, ਇਹਨੇ ਪੰਚਾਇਤੀ ਜ਼ਮੀਨ ਬੜੇ ਚਿਰ ਦੀ, ਪਹਿਲਾਂ ਇਹਨਾਂ ਦੇ ਦਾਦੇ ਵਾਹੁੰਦੇ, ਮੁੜ ਕੇ ਇਹਨਾਂ ਦੇ ਬਾਪ ਗਾਂ ਇਹ ਵਾਹੀ ਜਾਂਦੇ ਆ, ਉਹ ਬੜਾ ਚਿਰ ਇਹਨਾਂ ਨੇ ਇਹਦੀ ਆਮਦਨ ਖਾਧੀ ਆ। ਤੇ ਕਿਤੇ ਵੇਖੋ ਉਹਨਾਂ ਬੰਦਿਆਂ ਦਾ ਜਿਹੜੇ ਪੰਚਾਇਤੀ ਜ਼ਮੀਨਾਂ ਤੇ ਕਬਜ਼ੇ ਕਰਦੇ ਆ, ਉਹਨਾਂ ਦਾ ਕਦੀ ਕੁਝ ਬਣਿਆ ਨਹੀਂ। ਤੇ ਇਹ ਗੱਲ ਉਸ ਬੀਬੀ ਨੇ ਉੱਥੇ ਸਾਡੇ ਸਾਰਿਆਂ ਦੇ ਸਾਹਮਣੇ ਕੀਤੀ ਤੇ ਵਾਕਈ ਗੱਲ ਹੁੰਦੀ ਵੀ ਇਦਾਂ ਹੀ ਆ। ਕਈ ਲੋਕਾਂ ਨੇ 50-50 100-100 ਏਕੜ ਨੱਪੀ ਆ ਸਰਕਾਰੀ ਜ਼ਮੀਨ, ਸ਼ਾਮਲਾਟ ਦੀ, ਪੰਚਾਇਤੀ। ਤੇ ਮੈਂ ਇਹੋ ਬੇਨਤੀ ਕਰਦਾ ਕਿ ਆਪਾਂ ਆਪਦੀ ਹੱਕ ਲਾਲ ਦਿਖਾਈਏ ਇਹਨਾਂ ਭਰਾਵਾਂ ਨੂੰ ਜਿਨ੍ਹਾਂ ਨੇ ਕਬਜ਼ੇ ਕੀਤੇ ਆ ਪੰਚਾਇਤੀ ਜ਼ਮੀਨਾਂ ਤੇ ਸਰਕਾਰੀ ਜ਼ਮੀਨਾਂ ਤੇ। ਮੈਂ ਬੇਨਤੀ ਕਰਦਾ ਕਿ ਉਸ ਸਰਕਾਰ ਨੂੰ ਵਾਪਸ ਕਰੋ ਤੇ ਠੇਕੇ ਤੇ ਤੁਸੀਂ ਲੈ ਲਓ। ਮੰਤਰੀ ਸਾਹਿਬ, ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਪੁਰਾਣੇ ਖਰਚੇ ਤੇ ਪਰਚੇ ਵੀ ਪੈਣਗੇ। ਜੇ ਤੁਹਾਨੂੰ ਲੱਗਦਾ ਹੈ ਕਿ ਇੱਕ ਵਾਰ ਤੁਸੀਂ ਉਹ ਨਰਵੀ ਵਰਤ ਰਹੇ ਹੋ, ਜੇ ਨਹੀਂ ਛੱਡਦੇ ਤਾਂ ਫਿਰ ਕੀ ਇਸ ਪਾਸੇ ਵੀ ਵਧਿਆ ਜਾ ਸਕਦਾ? ਬਿਲਕੁਲ। ਵੇਖੋ, ਜੇ ਕੋਈ ਵਿਅਕਤੀ ਨਹੀਂ ਛੱਡਦਾ ਆਉਣ ਵਾਲੇ ਦਿਨਾਂ ਦੇ ਵਿੱਚ, ਮੁੱਖ ਮੰਤਰੀ ਸਾਹਿਬ ਨੇ ਕਿਹਾ ਨਾਲ ਖਰਚਾ ਤੇ ਨਾਲ ਪਰਚਾ। ਜਦੋਂ ਤੋਂ ਲੈ ਕੇ ਇਹਨਾਂ ਲੋਕਾਂ ਦਾ ਕਬਜ਼ਾ ਤੇ ਜੋ ਹਿਸਾਬ ਨਾਲ ਆਮਦਨ ਹੁੰਦੀ ਰਹੀ ਆ, ਇਹ ਖਰਚਾ ਪਾ ਵੀ ਸਕਦੀ ਹੈ ਸਰਕਾਰ। ਵੇਖੋ, ਸਰਕਾਰ ਦੀ ਜ਼ਮੀਨ ਆਖਰਕਾਰ ਹੈ ਤੇ ਸਰਕਾਰ ਦੀ ਜ਼ਮੀਨ ਨਾ, ਇਹ ਤੇ ਨਜਾਇਜ਼ ਧੱਕੇਸ਼ਾਹੀ ਕਰਕੇ ਕਬਜ਼ਾ ਕਰਕੇ ਜਿਹੜੇ ਵੀ ਬੰਦੇ ਨੇ, ਇਹ ਤਕਰੀਬਨ ਹੋਇਆ ਕੀ ਪਿਛਲੀਆਂ ਸਰਕਾਰਾਂ ਦੇ ਵਿੱਚ, ਜਿਹੜੇ ਵੀ ਮੰਤਰੀ, ਮੁੱਖ ਮੰਤਰੀ, MLA ਬਣਦੇ ਰਹੇ, ਭਾਵੇਂ ਅਕਾਲੀ ਦਲ ਦੀ ਸਰਕਾਰ ਹੈ ਭਾਵੇਂ ਕਾਂਗਰਸ ਦੀ, ਇਹਨਾਂ ਨੇ ਆਪਦੇ ਝੇਤਿਆਂ ਨੂੰ ਉਹ ਜ਼ਮੀਨਾਂ ਵਾਹਤੀਆਂ। ਠੇਕਾ ਜਿਹੜਾ, ਜੇ ਉਸ ਸਮੇਂ ਦਾ ਠੇਕਾ 30,000 ਹੋਣਾ ਤੇ ਉੱਥੋਂ ਦਾ ਜਿਹੜਾ ਸੰਬੰਧਿਤ MLA ਹੋਣਾ, ਉਹਨੇ 15,000 ਦੇ ਹਿਸਾਬ ਨਾਲ ਪੈਸੇ ਲੈ ਲੈਣੇ ਤੇ ਪੈਲੀ ਆਪਦੇ ਝੇਤਿਆਂ ਨੂੰ ਵਾਹ ਦੇਣੀ। ਉਹਦੇ ਬਾਅਦ ਹੌਲੀ ਹੌਲੀ ਕਰਦਿਆਂ ਜਦੋਂ ਲੰਮਾ ਸਮਾਂ ਹੋ ਗਿਆ, ਝੂਠੇ ਕਾਗਜ਼ ਪੱਤਰ ਤਿਆਰ ਕਰਕੇ ਗਰਦੌਰੀਆਂ ਕਰਾ ਲਈਆਂ, ਮੁੜ ਕੇ ਅਦਾਲਤਾਂ 'ਚ ਕੇਸ ਲਾਤੇ ਤੇ ਕਿਤੇ ਨਾ ਕਿਤੇ ਜਿਹੜੇ ਸਾਡੇ ਹੀ ਵਿਭਾਗਾਂ ਦੇ ਜਿਹੜੇ ਥੱਲੇ ਅਧਿਕਾਰੀ ਬੈਠੇ, ਉਹਨਾਂ ਨੇ ਦਸਤਾਵੇਜ਼ ਜਿਹੜੇ ਘੱਟ ਪੇਸ਼ ਕਰਨੇ, ਤੇ ਜਿਹਦਾ ਕਰਕੇ ਕਿ ਉਹਨਾਂ ਲੋਕਾਂ ਨੂੰ ਸਟੇ ਮਿਲ ਗਏ। ਨਹੀਂ ਤੇ ਜਿਹਦੀ ਮਾਲਕੀ ਹੋਵੇ, ਦੂਜੇ ਬੰਦੇ ਨੂੰ ਵਾਹੁਣ 'ਚ ਥੋੜਾ ਸਟੇ ਮਿਲ ਜਾਣਾ। ਸਟੇ ਤੇ ਉਸ ਬੰਦੇ ਨੂੰ ਮਿਲਦਾ ਜਿਹਦਾ ਮਾਲਕੀ 'ਚ ਕੋਈ ਹੱਕ ਬੋਲਦਾ ਹੋਵੇ, ਮਾਲਕੀ ਖਾਨੇ 'ਚ ਨਾ ਬੋਲਦਾ ਹੋਵੇ। ਮਾਲਕੀ ਖਾਨੇ ਤੇ ਅੱਜ ਵੀ ਸ਼ਾਮਲਾਟ ਬੋਲਦੀ ਪਈ ਆ, ਪੰਜਾਬ ਸਰਕਾਰ ਦੀ ਜ਼ਮੀਨ ਬੋਲਦੀ ਪਈ ਆ। ਤੇ ਇਹ ਜਿਹੜੇ ਲੋਕਾਂ ਨੇ ਲੰਮਾ ਸਮਾਂ ਖਾ ਲਈ ਆ, ਚਲੋ ਕੋਈ ਗੱਲ ਨਹੀਂ, ਖਾ ਲਈ ਆ, ਉਹਨੂੰ ਛੱਡੀਏ। ਹੁਣ ਆਉਣ ਵਾਲੇ ਸਮੇਂ 'ਚ ਲੋਕਾਂ ਨੂੰ ਆਪ ਸਮਝ ਹੋਣੀ ਚਾਹੀਦੀ ਆ ਕਿ ਪੰਜਾਬ ਦੇ ਲੋਕਾਂ ਦੀ ਜ਼ਮੀਨ ਆ। ਇੱਕ ਕਈ ਵਾਰ ਨਾ ਸਾਡੇ MLA ਮੈਨੂੰ ਕਹਿ ਦਿੰਦੇ ਆ, ਯਾਰ ਵੋਟਾਂ ਵਿਗੜ ਜਾਣੀਆਂ ਜੇ ਜ਼ਮੀਨ ਛੱਡਾਈ। ਬਿਲਕੁਲ ਠੀਕ ਹੈ। ਮੈਂ MLA ਸਾਹਿਬਾਨਾਂ ਨੂੰ ਦੱਸਾਂ, ਵੇਖੋ ਪਿਛਲੇ ਵੀ ਰਹੇ, ਉਹਨਾਂ ਵਾਹੀਆਂ ਜ਼ਮੀਨਾਂ ਤੇ ਲੋਕਾਂ ਨੇ ਉਹਨਾਂ ਨੂੰ ਰਾਤਾਂ ਕਿੱਧਰ ਗਈਆਂ ਉਹਨਾਂ ਦੀਆਂ ਵੋਟਾਂ। ਜਦੋਂ ਆਪਾਂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਵਾਹੁੰਦੇ ਆ ਨਾ ਪਿੰਡ ਦੇ ਵਿੱਚ ਪੰਚਾਇਤੀ ਜਾਂ ਸ਼ਾਮਲਾਟ ਜ਼ਮੀਨ, ਉਹ ਆਪਾਂ ਕਰ ਲਾਂਗੇ 5 ਬੰਦੇ 10 ਬੰਦੇ 20 ਬੰਦੇ ਖੁਸ਼ ਕਰ ਲਾਂਗੇ, 20 ਬੰਦਿਆਂ ਨੂੰ ਵਾਦਾਂਗੇ ਪੰਚਾਇਤੀ ਜ਼ਮੀਨ। ਜਿਹੜੇ ਉਸ ਪਿੰਡ ਦੇ ਵਿੱਚ 1000 ਪਰਿਵਾਰ ਦੂਜਾ ਹੈ ਨਾ, ਉਹ ਸਾਰਾ ਉਲਟ ਹੋ ਜਾਣਾ ਵੀ ਇਹਨੇ 20 ਬੰਦਿਆਂ ਨੂੰ ਪਾਲਣ ਦਿਆ, ਇਹ ਬੰਦਾ ਇਹ ਇਹਨਾਂ 20 ਦੀਆਂ ਹੀ ਵੋਟਾਂ ਲਵੇ, ਅਸੀਂ ਨਹੀਂ ਵੋਟ ਪਾਉਂਦੇ। ਤੇ ਉਹਦੇ ਬਾਅਦ ਜਿਹੜੇ ਉਹ 20 ਬੰਦੇ ਹੁੰਦੇ ਆ, ਉਹ 20 ਬੰਦਿਆਂ ਨੇ ਪੰਚਾਇਤੀ ਜ਼ਮੀਨ ਮੱਲੀ ਹੁੰਦੀ ਆ, ਤੇ ਉਹ ਅਗਲੀ ਵਾਰ ਵੇਖਦੇ ਆ ਵੀ ਹਵਾ ਕਿਹਦੀ ਆ। ਉਹ ਜਿਹਦੀ ਹਵਾ ਹੁੰਦੀ ਆ, ਉਹ 10 ਦਿਨ ਪਹਿਲਾਂ ਉਧਰ ਉਸ ਕੈਂਡੀਡੇਟ ਨੂੰ ਮਿਲ ਆਉਂਦੇ ਆ ਵੀ ਅਸੀਂ ਤੈਨੂੰ ਵੋਟਾਂ ਪਾਉਣੀਆਂ ਹੀ, ਅਸੀਂ ਤੇਰੇ ਨਾਲ ਆ, ਤੇ ਜ਼ਮੀਨ ਨਾ ਸਾਡੇ ਤੋਂ ਛਡਾਈ। ਪਿਛਲੇ ਵੀ ਸਾਨੂੰ ਵਾਉਂਦੇ ਰਹੇ ਆ। ਉਹ ਕਹਿਣ ਦਾ ਭਾਵ ਉਹ ਵੋਟਾਂ ਪੱਕੀਆਂ ਨਹੀਂ ਹੁੰਦੀਆਂ, ਉਹ ਵੋਟਾਂ ਜਿੱਧਰ ਦੀ ਹਵਾ ਉਧਰ ਨੂੰ ਹੀ ਜਾਣ ਵਾਲੀਆਂ ਹੁੰਦੀਆਂ। ਤੇ ਬਾਕੀ ਜਿਹੜਾ ਉਹ 1000 ਪਰਿਵਾਰ ਆ, ਉਹ ਮੈਂ MLA ਸਾਹਿਬਾਨਾਂ ਨੂੰ ਬੇਨਤੀ ਕਰਦਾ, ਉਹ 1000 ਪਰਿਵਾਰ ਤਾਂ ਤੁਹਾਡੇ ਨਾਲ ਆਉਣਾ ਜਦੋਂ ਤੁਸੀਂ ਉਹ ਪੰਚਾਇਤੀ ਜ਼ਮੀਨ ਇੱਕ ਕਿੱਲਾ ਚੜਾਤੀ। ਜਦੋਂ ਆਪਾਂ ਕੀਤੀ ਉਹਨਾਂ 10 ਘਰਾਂ ਦੀ 5 ਘਰਾਂ ਦੀ ਸਿਫਾਰਿਸ਼, 1000 ਪਰਿਵਾਰ ਜਿਵੇਂ ਪਿਛਲਿਆਂ ਦੇ ਉਲਟ ਹੋਇਆ, ਪਿਛਲਿਆਂ ਨੂੰ ਉਹਨਾਂ ਜਿਹੜੇ ਦੂਜੇ 1000 ਪਰਿਵਾਰ ਉਹਨਾਂ ਹੀ ਰਾਇਆ, ਤੇ ਉਸੇ ਤਰ੍ਹਾਂ ਇਹ 1000 ਪਰਿਵਾਰ ਤੁਹਾਡੇ ਵੀ ਉਲਟ ਹੋ ਜਾਣਾ। ਇਸ ਕਰਕੇ ਬੇਨਤੀ ਆ, ਪਿੰਡਾਂ ਦੀ ਜਿੰਨੀ ਵੀ ਸ਼ਾਮਲਾਟ ਆ, ਪੰਚਾਇਤੀ ਆ, ਜਿੰਨੀ ਵੀ ਪੰਜਾਬ ਸਰਕਾਰ ਦੀ ਜ਼ਮੀਨ ਆ, ਉਹਨਾਂ ਦੀਆਂ ਬੋਲੀਆਂ ਕਰਾਓ
ਜੇ ਬੋਲੀਆਂ ਕਰਾਓਗੇ, ਇੱਕ ਤੇ ਆਪਣੀ ਇਨਕਮ ਵਧੂਗੀ, ਸਰਕਾਰ ਦੀ ਇਨਕਮ ਵਧੂ, ਆਪਾਂ ਵਿਕਾਸ ਕਰਾਵਾਂਗੇ, ਤੁਹਾਡੇ ਪਿੰਡ ਨੂੰ ਸੋਨੇ ਵਰਗਾ ਪਿੰਡ ਬਣਾਵਾਂਗੇ। ਤੇ ਜੇ ਇਹੋ ਪੈਲੀਆਂ ਕੋਈ 10-20 ਪਰਿਵਾਰ 10-20 ਬੰਦੇ ਵਾਗੇ ਤੇ ਜਿਹੜੇ ਦੂਜੇ ਪਰਿਵਾਰ ਆ ਉਹ ਜਿਵੇਂ ਅੱਗੇ ਪਹਿਲਿਆਂ ਦੇ ਉਲਟ ਹੋਏ ਆ ਤੇ ਉਹ ਤੁਹਾਡੇ ਵੀ ਉਲਟ ਹੋਣੇ ਆ। ਮੈਂ ਤੇ ਆਪਦੇ ਹਲਕੇ ਚੋਂ ਵੀ ਕਿਸੇ ਦਾ ਕੋਈ ਲਿਹਾਜ਼ ਨਹੀਂ, ਭਾਵੇਂ ਕੋਈ ਮੇਰਾ ਰਿਸ਼ਤੇਦਾਰ ਵੀ ਹੋਵੇ। ਮੈਂ ਸਿੱਧੀ ਗੱਲ ਕਹਿਣਾ ਵੀ ਬੋਲੀ ਜਾਓ, ਬੋਲੀ ਦੇ ਕੇ ਜ਼ਮੀਨ ਲਓ ਜੇ ਕਿਸੇ ਨੇ ਲੈਣੀ ਆ। ਕੋਈ ਕਿਸੇ ਨਾਲ ਮੈਂ ਪੱਖਪਾਤ ਨਹੀਂ ਕਰਨਾ, ਕੋਈ ਕਿਸੇ ਨਾਲ ਲਿਹਾਜ਼ ਨਹੀਂ ਕਰਨਾ। ਵੇਖੋ ਜੇ ਲਿਹਾਜ਼ ਕਰਾਂਗੇ ਤੇ ਜੇ ਪੰਜਾਬ ਦੇ ਲੋਕਾਂ ਨੇ ਪਿਛਲੇ ਲਿਹਾਜ਼ੀਆਂ ਨੂੰ ਡਾਤਾ ਤੇ ਜੇ ਅਸੀਂ ਵੀ ਲਿਹਾਜ਼ ਕਰਾਂਗੇ ਫਿਰ ਉਹਨਾਂ 'ਚ ਤੇ ਸਾਡੇ 'ਚ ਕੀ ਫਰਕ ਹੈ? ਮੰਤਰੀ ਸਾਹਿਬ, ਇਸ ਮਹਿਕਮੇ ਨੂੰ ਤੁਹਾਡੀ ਸਰਕਾਰ ਦੇ ਵਿੱਚ 2 ਮਾਝੇ ਤੋਂ ਮੰਤਰੀ ਮਿਲੇ ਨੇ। ਮਾਝੇ ਦੇ ਵਿੱਚ ਵੀ ਗੱਲ ਆਮ ਪਰ ਚੱਲਦਾ ਕਿ ਕੋਈ ਇੰਚ ਨਹੀਂ ਛੱਡਦਾ, ਅਗਲਾ ਜਿਸ ਮਰਜ਼ੀ ਪਾਸੇ ਜਾਵੇ ਪਰ ਆਪਣੀ ਇੰਚ ਜ਼ਮੀਨ ਨਹੀਂ ਛੱਡਣ ਦਾ। ਦੂਸਰੇ ਪਾਸੇ ਜਾਂ ਫਿਰ ਇਸ ਨੂੰ ਲੈ ਕੇ ਤੁਹਾਡੇ ਤੱਕ ਅਪਰੋਚ ਹੋਣ ਲੱਗੀ ਹੋਏਗੀ, ਕਿਉਂਕਿ 1 ਤਰੀਕ ਤੋਂ ਮਹਿਕਮਾ ਤੁਹਾਡੇ ਕੋਲ ਆ ਗਿਆ ਤੇ ਪਿਛਲੇ 15-16 ਦਿਨਾਂ ਦੇ ਵਿੱਚ ਆਇਆ ਕੋਈ ਤੁਹਾਡੇ ਕੋਲ ਕੋਈ ਟੈਚੀ ਲੈ ਕੇ ਕਿ ਮੰਤਰੀ ਸਾਹਿਬ? ਦੇਖੋ ਮੈਂ ਵੀ ਗਲਤ ਗਮਰਾਹ ਕਰਾਂ, ਟੈਚੀ ਚੂਚੀ ਵਾਲੀ ਤੇ ਕੋਈ ਗੱਲ ਨਹੀਂ ਇਹੋ ਜੀ, ਪਰ ਸਿਫਾਰਸ਼ਾਂ ਬੜੀਆਂ ਸਿਫਾਰਸ਼ਾਂ ਆਈਆਂ ਵੀ ਮੰਤਰੀ ਸਾਹਿਬ ਆਪਣੇ ਵਰਕਰ ਨੇ, ਆਪਣੇ ਨਾਲ ਨੇ, ਤੁਹਾਡੇ ਵੋਟਰ ਦੀ ਜ਼ਮੀਨ ਵੀ ਬਿਲਕੁਲ ਪੱਟੀ ਹਲਕੇ 'ਚ ਮੇਰੇ 'ਚ ਕਈਆਂ ਮੇਰੇ ਜਿਹੜੇ ਵੋਟਰ ਸਪੋਰਟਰ ਆ ਉਹਨਾਂ ਦੇ ਕੋਲ ਵੀ ਹੈਗੀਆਂ ਪੰਚਾਇਤੀ। ਪਰ ਮੈਂ ਇੱਕੋ ਗੱਲ ਕਹੀ ਆ ਵੀ ਵੀਰ ਇਹ ਸਰਕਾਰ ਦੀ ਜ਼ਮੀਨ ਆ। ਜੇ ਮੈਂ ਆਪਦੇ ਹਲਕੇ 'ਚ ਪੱਖਪਾਤ ਕਰਨ ਲੱਗ ਪਿਆ ਤੇ ਪੂਰੇ ਪੰਜਾਬ 'ਚ ਮੈਂ ਕਿਸੇ ਤੋਂ ਜ਼ਮੀਨ ਨਹੀਂ ਛਡਾ ਸਕਦਾ। ਇਸ ਕਰਕੇ ਜੇ ਜ਼ਮੀਨ ਲੈਣੀ ਆ ਬੋਲੀ ਹੁੰਦੀ ਆ, ਬੋਲੀ ਦੇ ਵਿੱਚ ਜਾ ਕੇ ਜ਼ਮੀਨ ਲਓ। ਇਹ ਇੰਨਾ ਹੈਗਾ ਵੀ ਜੇ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਤੁਸੀਂ ਕੋਈ 10-20 ਦਿਨ ਖਲੋ ਕੇ ਪੈਸੇ ਦੇ ਦਿਓ, ਬੋਲੀ 'ਚ ਪਰਚੀ ਕਟਾ ਲਓ, ਕੋਈ 20% 25% ਪੈਸੇ ਦੇ ਦਿਓ, ਬਾਕੀ ਪੈਸੇ 10 ਦਿਨ ਖਲੋ ਕੇ ਦੇ ਦਿਓ। ਕਿਸੇ ਨਾਲ ਕੋਈ ਲਿਹਾਜ਼ ਨਹੀਂ। ਵੇਖੋ ਜੇ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੇ ਦਾਸ ਤੇ ਭਰੋਸਾ ਕੀਤਾ ਤੇ ਮੈਂ ਉਹ ਭਰੋਸਾ ਜਿਹੜਾ ਵਾ ਉਹ ਟੁੱਟਣ ਨਹੀਂ ਦੇਵਾਂਗਾ। ਮੇਰਾ ਫਰਜ਼ ਬਣਦਾ ਜਿਹੜਾ ਮਹਿਕਮਾ ਮੈਨੂੰ ਮਿਲਿਆ ਮੈਂ ਇਮਾਨਦਾਰੀ ਨਾਲ ਤਨਦੇਹੀ ਨਾਲ ਦਿਨ ਰਾਤ ਇੱਕ ਕਰਕੇ ਉਸ ਮਹਿਕਮੇ ਦੀ ਸੁੱਖ ਮੰਗਾ। ਜਿਹੜੇ ਮਹਿਕਮੇ ਦੀ ਮੈਂ ਕੁਰਸੀ ਤੇ ਬੈਠਾ ਉਸ ਮਹਿਕਮੇ ਨੂੰ ਬੁਲੰਦੀਆਂ ਤੇ ਲੈ ਕੇ ਜਾਵਾਂ। ਮੰਤਰੀ ਸਾਹਿਬ, ਜਿੱਥੇ ਅਸੀਂ ਬੈਠੇ ਹਾਂ ਇਹਦੇ ਨੇੜੇ ਸ਼ਿਵਾਲਿਕ ਦੀਆਂ ਪਹਾੜੀਆਂ ਨੇ, ਮੁੱਖ ਮੰਤਰੀ ਸਾਹਿਬ ਵੀ ਗੱਲ ਕਹਿੰਦੇ ਨੇ ਕਿ ਇੱਥੇ ਖਜ਼ਾਨਾ ਦੱਬਿਆ ਹੋਇਆ ਉਹਨੂੰ ਲੱਭਾਂਗੇ। ਤਾਂ ਪਿਛਲੇ ਮੰਤਰੀ ਸਾਹਿਬ ਵੀ ਕਹਿੰਦੇ ਰਹੇ ਕਿ ਸੁੱਖ ਵਿਲਾਸ ਦੇ ਕਮਰੇ ਦੇਵਾਂਗੇ ਅਸੀਂ ਕਿਰਾਏ ਦੇ ਉੱਤੇ, ਤੇ ਹੋਰ ਵੀ ਬੜੀਆਂ ਚਰਚਾਵਾਂ ਹੁੰਦੀਆਂ ਨੇ। ਤੁਹਾਡੇ ਕੋਲ ਹੁਣ ਮਹਿਕਮਾ ਆ ਗਿਆ ਕਿ ਸੁੱਖ ਵਿਲਾਸ ਦੀ ਜ਼ਮੀਨ ਵਾਕਈ ਗੈਰ ਕਾਨੂੰਨੀ ਜਗ੍ਹਾ ਦੇ ਉੱਤੇ ਬਣੀ ਹੋਈ ਹੈ, ਜਾਂ ਫਿਰ ਤੁਸੀਂ ਇਸ ਨੂੰ ਲੈ ਕੇ ਕੀ ਸੋਚ ਰਹੇ ਹੋ, ਕੀ ਤੁਸੀਂ ਕਰੋਗੇ ਆਉਣ ਵਾਲੇ ਦਿਨਾਂ 'ਚ? ਦੇਖੋ ਮੈਂ ਕਿਸੇ ਵਿਅਕਤੀ ਵਿਸ਼ੇਸ਼ ਦੀ ਗੱਲ ਨਹੀਂ ਕਰਦਾ, ਨਾ ਮੈਂ ਕਿਸੇ ਹੋਟਲ ਦਾ ਨਾਂ ਲਵਾਂ, ਪਰ ਭਾਵੇਂ ਕੋਈ ਵੀ ਉਹ ਪੋਲੀਟੀਸ਼ੀਅਨ ਹੋਵੇ, ਜਿੱਡਾ ਮਰਜ਼ੀ ਤਗੜਾ ਇੰਡਸਟਰੀਅਲ ਹੋਵੇ, ਜੋ ਮਰਜ਼ੀ ਹੋਵੇ, ਜਿਹਨੇ ਪੰਜਾਬ ਸਰਕਾਰ ਦੀ ਜ਼ਮੀਨ ਦੱਬੀ ਆ, ਜਿਹਨੇ ਗਲਤ ਕੀਤਾ ਪੰਜਾਬ ਸਰਕਾਰ ਦੀ ਸ਼ਾਮਲਾਟ ਜ਼ਮੀਨਾਂ, ਪੰਚਾਇਤੀ ਜ਼ਮੀਨਾਂ, ਕਾਨੂੰਨ ਅਨੁਸਾਰ ਅਸੀਂ ਉਹ ਆਪਣੀ ਜ਼ਮੀਨ ਜਿਹੜੀ ਉਹ ਵਾਪਸ ਲਵਾਂਗੇ। ਪੰਚਾਇਤ ਵਿਭਾਗ ਦੀ ਜ਼ਮੀਨ ਜਾਂ ਕੋਈ ਵੀ ਸਾਡੀ ਜਿਹੜੀ ਸ਼ਾਮਲਾਟ ਜ਼ਮੀਨ ਆ ਉਹਨੂੰ ਵਾਪਸ ਪੰਜਾਬ ਸਰਕਾਰ ਦੇ ਕਬਜ਼ੇ ਅਧੀਨ ਲਿਆ ਕੇ ਪੰਜਾਬ ਸਰਕਾਰ ਦੀ ਆਮਦਨ ਵਧਾਵਾਂਗੇ। ਸੁਖਬੀਰ ਬਾਦਲ ਕਹਿੰਦੇ ਹੱਥ ਲਾ ਕੇ ਦਿਖਾਓ, ਇੱਕ ਇੰਚ ਵੀ ਨਹੀਂ ਛਡਾ ਸਕਦੇ। ਮੈਂ ਸੁਖਬੀਰ ਬਾਦਲ ਦੀ ਗੱਲ ਨਹੀਂ ਕਰਦਾ, ਭਾਵੇਂ ਕੋਈ ਵੀ ਹੋਵੇ, ਭਾਵੇਂ ਉਹ ਜਿੱਡੇ ਮਰਜ਼ੀ ਵੱਡੇ ਰੈਂਕ ਤੇ ਹੋਵੇ, ਸਾਡੀ ਆਮ ਆਦਮੀ ਪਾਰਟੀ ਨਾਲ ਰਿਲੇਟਡ ਹੋਵੇ ਜਾਂ ਕਿਸੇ ਵੀ ਪਾਰਟੀ ਨਾਲ ਰਿਲੇਟਡ ਹੋਵੇ, ਜਿਹਨੇ ਪੰਜਾਬ ਸਰਕਾਰ ਦੀ ਜ਼ਮੀਨ ਤੇ ਕਬਜ਼ਾ ਕੀਤਾ, ਗਲਤ ਕੀਤਾ, ਉਸ ਵਿਅਕਤੀ ਨੂੰ ਕਾਨੂੰਨ ਅਨੁਸਾਰ ਕਾਰਵਾਈ ਕਰਕੇ ਉਸ ਵਿਅਕਤੀ ਨੇ ਜਿਹੜੀ ਜ਼ਮੀਨ ਹੜੱਪੀ ਉਹ ਜ਼ਮੀਨ ਪੰਜਾਬ ਸਰਕਾਰ ਦੇ ਅਧੀਨ ਲਿਆਵਾਂਗੇ। ਜੀ ਮੰਤਰੀ ਸਾਹਿਬ, ਦੂਸਰਾ ਮਹਿਕਮਾ ਟਰਾਂਸਪੋਰਟ ਦਾ 1-2 ਸਵਾਲ ਉਸ ਦੇ ਨਾਲ ਜੁੜਿਆ ਹੋਇਆ। ਪਿਛਲੇ ਦਿਨਾਂ ਦੇ ਵਿੱਚ ਜਾ ਕੇ ਤੁਸੀਂ ਚੈਕਿੰਗ ਵੀ ਕੀਤੀ ਹੈ ਤੇ ਕਈ ਬੱਸਾਂ ਨੂੰ ਤੁਸੀਂ ਜੁਰਮਾਨੇ ਵੀ ਕੀਤੇ ਨੇ। ਕੀ ਤੁਹਾਨੂੰ ਲੱਗਦਾ ਇਸ ਵੇਲੇ ਕਿੰਨੇ ਕੁ % ਤੁਹਾਡੇ ਮਹਿਕਮੇ ਦੇ ਵਿੱਚ ਕੰਮ ਹੋ ਚੁੱਕਿਆ ਤੇ ਤੁਹਾਨੂੰ ਲੱਗਦਾ ਤੁਸੀਂ ਦਾਅਵਾ ਇਸ ਵੇਲੇ ਕਰਦੇ ਹੋ ਕਿ ਗੈਰ ਕਾਨੂੰਨੀਆਂ ਬੱਸਾਂ ਚੱਲਣੀਆਂ ਬੰਦ ਹੋ ਗਈਆਂ ਪੰਜਾਬ ਦੇ ਵਿੱਚ? ਦੇਖੋ ਪਹਿਲਾਂ ਤੇ ਪੰਜਾਬ ਦੇ ਲੋਕ ਵੀ ਜਦੋਂ ਰੋਜ਼ਾਨਾ ਸੜਕਾਂ ਦੇ ਉੱਤੇ ਰਹਿੰਦੇ ਆ ਵੇਖਦੇ ਸਨ, ਪਿਛਲੀਆਂ ਸਰਕਾਰਾਂ ਦੇ ਵਿੱਚ ਜ਼ਿਆਦੀਆਂ ਪ੍ਰਾਈਵੇਟ ਬੱਸਾਂ ਮਿੰਨੀਆਂ ਤੇ ਵੱਡੀਆਂ ਹਰੇਕ ਸੜਕ ਦੇ ਉੱਤੇ ਦਿਸਦੀਆਂ ਸਨ ਭੱਜੀਆਂ ਫਿਰਦੀਆਂ, ਤੇ ਸਾਡੀ ਸਰਕਾਰੀ ਬੱਸ ਜਿਹੜੀ ਸੀ ਉਹ ਕਿਤੇ ਹੀ ਆਉਣੀ, ਘੰਟਿਆਂ ਬੱਧੀ ਵੇਂਦੇ ਰਹਿਣਾ, ਸਰਕਾਰੀ ਨਾ ਦਿਸਣੀ। ਹੁਣ ਤੁਸੀਂ ਆਪ ਵੀ ਦੱਸ ਦਿਓ, ਪ੍ਰਾਈਵੇਟ ਬੱਸਾਂ ਉਹਨਾਂ ਦਾ ਬੋਲਬਾਲਾ ਘੱਟ ਆ, ਸਰਕਾਰੀ ਬੱਸਾਂ ਜਿਹੜੀਆਂ ਉਹ ਸੜਕਾਂ ਤੇ ਭੱਜੀਆਂ ਫਿਰਦੀਆਂ ਵਾਧੂ ਦੇਖਦੀਆਂ ਹੈਗੀਆਂ ਕਿ ਨਹੀਂ ਹੈਗੀਆਂ? ਸੱਚੀ ਗੱਲ ਕਰਿਓ ਆਨੰਦ ਜੀ। ਸਰਕਾਰੀ ਬੱਸਾਂ ਤਾਂ ਹੀ ਚੱਲ ਰਹੀਆਂ, ਪਿਛਲੀਆਂ ਸਰਕਾਰਾਂ ਦੇ ਵਿੱਚ 1-1 ਪਰਮਿਟ ਤੇ 5-5 ਬੱਸਾਂ ਚੱਲਦੀਆਂ ਰਹੀਆਂ, ਕਿਉਂਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਜਿਹੜੇ ਸਾਡੇ ਰਾਜੇ ਸਨ, ਮੁੱਖ ਮੰਤਰੀ MLA, ਉਹਨਾਂ ਦੀਆਂ ਆਪਦੀਆਂ ਟਰਾਂਸਪੋਰਟਾਂ, ਤੇ ਜਦੋਂ ਜਿਹੜੇ ਰਾਜੇ ਆਪ ਹੀ ਵਪਾਰੀ ਬਣ ਜਾਣਗੇ ਉਹ ਪ੍ਰਜਾ ਦਾ ਕੀ ਭਲਾ ਕਰਨਗੇ? ਮੰਤਰੀ ਸਾਹਿਬ 27 ਤੱਕ ਤੁਸੀਂ ਰਹਿਣਾ ਇਸ ਮਹਿਕਮੇ ਦੇ ਵਿੱਚ, ਰੱਬ ਸੁੱਖ ਰੱਖੇ, ਤਾਂ ਕੀ ਤੁਹਾਡੀਆਂ ਕਿੰਨੀ ਕੁ ਬੱਸਾਂ ਹੋ ਜਾਣਗੀਆਂ, ਤੁਹਾਡੇ ਚਹੇਤਿਆਂ ਦੀਆਂ ਕਿੰਨੀ ਕੁ ਬੱਸਾਂ ਹੋ ਜਾਣਗੀਆਂ? ਦੇਖੋ ਅੱਜ ਮੈਨੂੰ 15-16 ਮਹੀਨੇ ਹੋ ਗਏ ਆ ਟਰਾਂਸਪੋਰਟ ਮਹਿਕਮਾ ਸੰਭਾਲੇ ਨੂੰ, ਨਾ ਤੇ ਲਾਲਜੀਤ ਭੁੱਲਰ ਨੇ ਆਪ ਕੋਈ ਬੱਸ ਪਾਈ ਆ ਪਿੱਛੇ, ਤੇ ਨਾ ਲਾਲਜੀਤ ਭੁੱਲਰ ਕੋਈ ਗਾਂਹ ਬੱਸ ਪਾਊਗਾ। ਨਾ ਮੈਂ ਆਪਦੇ ਰਿਸ਼ਤੇਦਾਰ ਕਿਸੇ ਨੂੰ ਪਰਮਿਟ ਦਿੱਤਾ ਤੇ ਨਾ ਲਾਲਜੀਤ ਭੁੱਲਰ ਕਿਸੇ ਰਿਸ਼ਤੇਦਾਰ ਨੂੰ ਪਰਮਿਟ ਦਊਗਾ।
ਪੰਜਾਬ ਦੇ ਲੋਕਾਂ ਦੀ ਸਰਕਾਰ ਬਣੀ ਆ, ਪੰਜਾਬ ਦੇ ਲੋਕਾਂ ਲਈ ਦਿਨ ਰਾਤ ਕੰਮ ਕਰਾਂਗੇ। ਹਰੇਕ ਵਿਅਕਤੀ ਨੂੰ ਹੱਕ ਆ ਉਹ ਪਰਮਿਟ ਅਪਲਾਈ ਕਰੇ। ਸਾਡੀ ਜਿਹੜੀ ਸਰਕਾਰ ਦੇ ਅਧਿਕਾਰੀ ਨੇ ਟਰਾਂਸਪੋਰਟ ਵਿਭਾਗ ਦੇ, ਉਹ ਸਰਵੇ ਕਰਵਾ ਕੇ ਜਿੱਥੇ ਵੀ ਲੋੜ ਜ਼ਰੂਰਤ ਹੋਵੇਗੀ ਉੱਥੇ ਪਰਮਿਟ ਦਿੱਤਾ ਜਾਵੇਗਾ। ਪਿਛਲੀਆਂ ਸਰਕਾਰਾਂ ਦੇ ਵਿੱਚ ਪਰਮਿਟ ਨੌਜਵਾਨਾਂ ਦੇ ਨਾਂ ਜ਼ਰੂਰ ਕੱਟੇ ਜਾਂਦੇ ਸੀ, ਪਰ ਪਿੱਛੇ ਜਿਹੜੇ ਪੋਲੀਟੀਸ਼ੀਅਨ ਖੜੇ ਹੁੰਦੇ ਸਨ, ਫਿਰ ਉਹਨਾਂ ਤੋਂ ਮੁੱਲ ਖਰੀਦ ਲਏ ਜਾਣੇ, ਫਿਰ ਬੱਸਾਂ 2 4 5 7 ਪਰਿਵਾਰਾਂ ਦੀਆਂ ਹੀ ਪੈਂਦੀਆਂ ਰਹੀਆਂ ਤੇ ਵੱਡੇ ਪਰਿਵਾਰ ਉਹਨਾਂ ਨੇ ਵੱਡੀਆਂ ਵੱਡੀਆਂ ਟਰਾਂਸਪੋਰਟਾਂ ਖੜੀਆਂ ਕਰ ਲਈਆਂ। ਪਰ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਨਕਾਰਿਆ ਵੀ ਬੜੀ ਬੁਰੀ ਤਰ੍ਹਾਂ। ਜੇ ਉਹ ਸਹੀ ਤਰੀਕੇ ਸੇਵਾ ਕਰਦੇ ਰਹਿੰਦੇ ਤੇ ਹੋ ਸਕਦਾ ਵਾਰ-ਵਾਰ ਇਹੋ ਲੋਕ ਹੀ ਤੁਰੇ ਆਉਂਦੇ, ਤੇ ਜਦੋਂ ਰਾਜਾ ਜਿਹੜਾ ਉਹ ਵਪਾਰੀ ਬਣ ਜੇ। ਇਹ ਨਾ ਇਹ ਆਮ ਪਬਲਿਕ ਦੇ ਵਿੱਚ ਵੀ ਗੱਲਾਂ ਆਉਂਦੀਆਂ ਰਹੀਆਂ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਆਪਦੇ ਪੁੱਤਰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਇਹ ਗੱਲਾਂ ਕਹਿੰਦੇ ਹੁੰਦੇ ਸਨ ਜਦੋਂ ਇਹ ਹੋਟਲ ਹਾਟਲ ਬਣੇ ਆ ਨਾ, ਜਿਹੜੇ ਹੋਟਲਾਂ ਦੀ ਤੁਸੀਂ ਗੱਲ ਕਰਦੇ ਹੋ, ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਰਹੇ ਵੀ ਸੁਖਬੀਰ ਕਾਕਾ, ਜਿਹੜਾ ਬੰਦਾ ਚੰਗਾ ਸਿਆਸਤਦਾਨ ਹੋਵੇ ਉਹ ਬਿਜ਼ਨਸਮੈਨ ਨਹੀਂ ਬਣਦਾ ਹੁੰਦਾ, ਤੇ ਜਿਹੜਾ ਚੰਗਾ ਬਿਜ਼ਨਸਮੈਨ ਹੋਵੇ ਉਹ ਚੰਗਾ ਸਿਆਸਤਦਾਨ ਨਹੀਂ ਬਣ ਸਕਦਾ। ਤੇ ਸੁਖਬੀਰ ਬਾਦਲ ਹੋਣੀ ਇਸ ਗੱਲ ਨੂੰ ਮਜ਼ਾਕ 'ਚ ਗਿਣਦੇ ਰਹੇ। ਸੁਖਬੀਰ ਬਾਦਲ ਹੋਣੀ ਬਿਜ਼ਨਸਮੈਨ ਤੇ ਜ਼ਰੂਰ ਬਣ ਗਏ, ਪਰ ਚੰਗੇ ਸਿਆਸਤਦਾਨ ਨਹੀਂ ਬਣ ਸਕੇ। ਸਿਆਸਤ ਖੁੱਸ ਗਈ। ਪੰਜਾਬ ਦੇ ਲੋਕ ਵੇਖੋ ਸਭ ਕੁਝ ਜਾਣਦੇ ਨੇ। ਜੇ ਆਪਾਂ ਤੁਸੀਂ ਵੀ ਅੰਦਰ ਦੀਆਂ ਗੱਲਾਂ ਜਾਣਦੇ ਹੋ ਉਹਨਾਂ ਦੇ ਪਰਿਵਾਰ ਦੀਆਂ, ਵੇਖੋ ਇਹ ਪਬਲਿਕਲੀ ਗੱਲਾਂ ਬਾਹਰ ਆਉਂਦੀਆਂ ਰਹੀਆਂ, ਜੋ ਪ੍ਰਕਾਸ਼ ਸਿੰਘ ਬਾਦਲ ਗੱਲਾਂ ਕਰਦੇ ਰਹੇ ਬਾਹਰ ਆਉਂਦੀਆਂ ਰਹੀਆਂ। ਤੇ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾ ਨੇ ਉਹ ਗੱਲਾਂ ਨਹੀਂ ਮੰਨੀਆਂ ਤੇ ਪੰਜਾਬ ਦੇ ਲੋਕਾਂ ਨੇ ਸਿਆਸਤ ਤੋਂ ਬਾਹਰ ਦਾ ਰਸਤਾ ਵਿਖਾਤਾ। ਚਲੋ ਚੰਗੇ ਬਿਜ਼ਨਸਮੈਨ ਇਹ ਬਣ ਗਏ ਆ, ਬੱਸਾਂ ਦੀਆਂ ਟਰਾਂਸਪੋਰਟਾਂ ਪਾ ਲਈਆਂ, ਹੋਟਲ ਬਣ ਗਏ ਆ, ਜ਼ਮੀਨਾਂ ਦੇ ਟੱਕ ਵੱਡੇ ਵੱਡੇ ਬਾਹਰ ਵਿਦੇਸ਼ਾਂ 'ਚ ਵੀ ਖਰੀਦ ਲਿਆ, ਪਰ ਸਿਆਸਤ 'ਚੋਂ ਪੰਜਾਬ ਦੇ ਲੋਕਾਂ ਨੇ ਐਸਾ ਬਾਹਰ ਕੀਤਾ। ਹੁਣ ਨਹੀਂ ਆਉਂਦੇ ਬਾਦਲ ਪਰਿਵਾਰ ਛੱਡੋ, ਅਕਾਲੀ ਦਲ ਨਹੀਂ ਸਿਆਸਤ ਦੇ ਵਿੱਚ ਆਉਂਦਾ, ਜਿੰਨੀ ਬੁਰੀ ਹਾਲਤ ਹੋ ਗਈ। ਵੱਡਾ ਦਾਅਵਾ ਕਰ ਰਹੇ ਤੁਸੀਂ। ਵੇਖੋ ਦਾਅਵਾ ਨਹੀਂ ਹੈ, ਤੇ ਪੰਜਾਬ ਦੇ ਲੋਕਾਂ ਨੇ ਦਾਅਵਾ ਕਰਕੇ ਵਿਖਾਤਾ। ਵੇਖੋ ਪਹਿਲਾਂ 17 'ਚ ਸੱਤਾ 'ਚੋਂ ਬਾਹਰ ਕੀਤਾ, ਤੀਜੇ ਨੰਬਰ ਤੇ ਲਿਆ ਕੇ ਖੜਾ ਕਰਤਾ। ਅੱਜ 22 'ਚ ਤੀਜੇ ਤੋਂ ਵੀ ਕਿਤੇ ਪਿੱਛੇ 3 MLA ਰਹਿ ਗਏ। ਜਿਹੜੀ ਪਾਰਟੀ ਕਦੀ ਵੱਡੇ ਦਾਅਵੇ ਨਾਲ ਵੱਡੇ ਬਹੁਮਤ ਨਾਲ ਸਰਕਾਰ ਬਣਾਉਂਦੀ ਸੀ, ਉਹਦੇ 3 MLA ਰਹਿ ਜਾਣ। ਤੇ ਵੇਖੋ ਪਹਿਲਾਂ 17 'ਚ ਵੀ ਤੀਜੇ ਨੰਬਰ ਤੇ, ਮੁੜ ਕੇ 22 'ਚ ਵੀ, 22 'ਚ MLA 3 ਨੰਬਰ ਕਾਹਦਾ ਰਹਿ ਗਿਆ, 22 'ਚ MLA 3 ਰਹਿ ਗਏ। ਤੇ ਹੁਣ ਤੇ ਪਹਿਲਾਂ ਜਦੋਂ 17 'ਚ ਸਰਕਾਰ ਬਦਲੀ ਤੇ ਉਦੋਂ ਬਾਦਲ ਸਾਹਿਬ ਕਹਿੰਦੇ ਹੁੰਦੇ ਸਨ, ਛੋਟੇ ਬਾਦਲ ਸਾਹਿਬ, ਉਹ ਕੋਈ ਨਹੀਂ 10 ਦਿਨ ਲੰਘ ਗਏ ਆ, ਬਾਕੀ ਪੌਣੇ 5 ਸਾਲ ਰਹਿ ਗਏ ਆ, ਇੰਨੇ ਮਹੀਨੇ ਰਹਿ ਗਏ ਆ। ਤੇ ਹੁਣ ਜਦੋਂ ਫੇਰ ਰਿਪੀਟ ਹੋਈ ਆ ਸਰਕਾਰ ਆਮ ਆਦਮੀ ਪਾਰਟੀ, ਜਿਵੇਂ ਦਿੱਲੀ 'ਚ ਵਾਰ-ਵਾਰ ਰਿਪੀਟ ਹੋਈ ਆ, ਪੰਜਾਬ 'ਚ ਬਣੀ ਆ, ਤੇ ਇੱਥੇ ਵੀ ਵਾਰ-ਵਾਰ ਰਿਪੀਟ ਹੋਣੀ। ਹੁਣ ਦਿਲ ਛੱਡ ਕੇ ਬਾਦਲ ਸਾਹਿਬ ਵੀ ਕਹਿੰਦੇ ਅਜੇ ਯਾਰ 4 ਸਾਲ ਪਏ ਆ ਹੋਕਾ ਜਿਹਾ ਲੈ ਕੇ। ਹੁਣ ਮਹਾਰਾਜ ਕਿਰਪਾ ਕਰੇ, ਚੰਗੀ ਸਰਕਾਰ ਬਣੀ ਹੈ, ਬਾਰ-ਬਾਰ ਰਿਪੀਟ ਹੋਊਗੀ, ਚੰਗੇ ਕੰਮ ਕਰ ਰਹੀ ਹੈ ਸਰਕਾਰ। ਅੱਛਾ ਮੰਤਰੀ ਸਾਹਿਬ, ਇੱਕ ਸਵਾਲ ਇੱਥੇ ਖੜਾ ਹੁੰਦਾ ਹੈਗਾ, ਪਿਛਲੇ ਦਿਨਾਂ ਦੇ ਵਿੱਚ ਤੁਸੀਂ ਵੀ ਬੱਸਾਂ ਫੜ ਰਹੇ ਹੋ, ਗੈਰ ਕਾਨੂੰਨੀ ਤਰੀਕੇ ਨਾਲ ਜਿਹੜੇ ਚਲਾ ਰਹੇ ਨੇ ਉਹਨਾਂ ਦੇ ਉੱਤੇ ਨਕੇਲ ਕੱਸਣੀ ਚਾਹੀਦੀ ਹੈ, ਬਿਲਕੁਲ ਠੀਕ ਕਰ ਰਹੇ ਹੋ। ਬਹੁਤ ਸਾਰੇ ਲੋਕ ਚਰਚਾ ਕਰਦੇ ਨੇ ਕਿ ਤੁਸੀਂ ਕੀਤਾ, ਇਸ ਤੋਂ ਪਹਿਲਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਉਹ ਵੀ ਲਗਾਤਾਰ ਇਸੇ ਤਰੀਕੇ ਨਾਲ ਬੱਸਾਂ ਦੇ ਵਿੱਚ ਚੜ੍ਹਦੇ ਸੀ। ਕਦੇ ਕਿਸੇ ਬੱਸ ਨੂੰ ਘੇਰ ਲਿਆ ਤੇ ਉਹ ਕਹਿੰਦੇ ਸੀ ਦੇਖੋ ਜੀ ਮੈਂ ਬਾਦਲਾਂ ਦੀ ਬੱਸਾਂ ਡੱਕਦੀਆਂ ਅੰਦਰ। ਤੁਹਾਨੂੰ ਕੀ ਲੱਗਦਾ? ਉਹ ਕਹਿੰਦੇ ਕਿ ਰਾਜਾ ਵੜਿੰਗ ਜ਼ਿਆਦਾ ਬੱਸਾਂ ਫੜਦਾ ਸੀ ਕਿ ਗੈਰ ਕਾਨੂੰਨੀ ਬੱਸਾਂ ਉਸ ਵੇਲੇ ਜ਼ਿਆਦਾ ਚੱਲਦੀਆਂ ਸੀ, ਹੁਣ ਤੁਹਾਡੇ ਵੇਲੇ ਘੱਟ ਚੱਲਦੀਆਂ, ਤੁਸੀਂ ਘੱਟ ਫੜਦੇ ਹੋ? ਦੇਖੋ ਜਿਹਨੂੰ ਵੀ ਮਹਿਕਮਾ ਮਿਲੇ ਤੇ ਉਹਦਾ ਫਰਜ਼ ਬਣਦਾ ਕਿ ਉਹ ਆਪਦੇ ਮਹਿਕਮੇ ਪ੍ਰਤੀ ਇਮਾਨਦਾਰੀ ਨਾਲ ਕੰਮ ਕਰੇ। ਪਿਛਲੀ ਸਰਕਾਰ 'ਚ ਆਪਾਂ ਵੇਖਦੇ ਰਹੇ ਹਾਂ ਕਿ ਬੱਸਾਂ 1-2 ਪਰਿਵਾਰਾਂ ਦੀਆਂ ਫੜੀਆਂ ਜਾਂਦੀਆਂ ਸੀ। ਉਹ ਤੁਸੀਂ ਵੀਡੀਓ ਵੇਖਦੇ ਰਹੇ ਸੋਸ਼ਲ ਮੀਡੀਆ ਤੇ ਉਹ ਜੇ ਫੜੀਆਂ ਵੀ ਤੇ ਉਹਨਾਂ ਨੂੰ ਗਲਤ ਤਰੀਕੇ ਨਾਲ ਨੋਟਿਸ ਕੱਢਤਾ। ਉਹ ਜਿਹੜੇ ਬੱਸਾਂ ਜਿਹੜੀਆਂ ਦੀ ਤੁਸੀਂ ਗੱਲ ਕਰਦੇ ਹੋ, 73 ਉਹ ਪਰਮਿਟ ਨੇ ਜਿਹੜੇ ਪੰਜਾਬ ਤੋਂ ਇਲੀਗਲ ਤਰੀਕੇ ਨਾਲ, ਨਜਾਇਜ਼ ਢੰਗ ਨਾਲ ਚੰਡੀਗੜ੍ਹ 'ਚ ਐਂਟਰ ਹੁੰਦੀਆਂ ਉਹ ਬੱਸਾਂ। ਉਹ 73 ਜਿਹੜੀਆਂ ਬੱਸਾਂ ਚੱਲਦੀਆਂ ਉਹਨਾਂ ਤੇ ਇਹ ਬਲੇਮ ਕੀਤਾ ਗਿਆ ਕਿ ਇਹਨਾਂ ਨੇ ਟੈਕਸ ਨਹੀਂ ਤਾਰੇ। ਨੋਟਿਸ ਇਹ ਦਿੱਤਾ ਗਿਆ ਕਿ ਇਹਨਾਂ ਬੱਸਾਂ ਨੂੰ ਤਾਂ ਬੰਦ ਕੀਤਾ ਗਿਆ, ਇਹਨਾਂ ਦੇ ਟੈਕਸ ਨਹੀਂ ਤਰੇ, ਪਰ ਉਹ ਨਜਾਇਜ਼ ਢੰਗ ਨਾਲ ਪਰਮਿਟ ਦਿੱਤੇ ਗਏ ਸਨ। ਜਦੋਂ ਇੱਕ ਸਟੇਟ ਤੋਂ ਦੂਜੀ ਸਟੇਟ ਦਾ ਪਰਮਿਟ ਦੇਣਾ ਤੇ ਉਹ ਕਾਨੂੰਨ ਰਾਹੀਂ ਤਰੀਕੇ ਨਾਲ ਦੇਣਾ ਹੁੰਦਾ। ਪ੍ਰਕਾਸ਼ ਸਿੰਘ ਬਾਦਲ ਜੀ ਮੁੱਖ ਮੰਤਰੀ ਸਨ ਤੇ ਇਹ ਖੁਦ ਹੀ ਆਪੇ ਹੀ ਇਹਨਾਂ ਨੇ ਪਰਮਿਟ ਆਪਦੇ ਚੇਤਿਆਂ ਨੂੰ ਤੇ ਆਪਦੀਆਂ ਕੰਪਨੀਆਂ ਨੂੰ ਦੇ ਲਏ। ਹੁਣ ਅਸੀਂ ਉਹ ਜਿਹੜੀ ਕਾਨੂੰਨੀ ਪ੍ਰਕਿਰਿਆ ਉਹਨੂੰ ਅਸੀਂ ਇਹਨਾਂ ਨੂੰ ਨੋਟਿਸ ਕੱਢੇ ਆ। ਇਹ ਨੋਟਿਸ ਨਹੀਂ ਕੱਢਿਆ ਕਿ ਇਹਨਾਂ ਟੈਕਸ ਨਹੀਂ ਦਿੱਤਾ। ਉਹਨਾਂ ਨੇ ਟੈਕਸ ਤਾਰ ਕੇ, ਜਿਹੜੇ ਵੀ ਵਿਅਕਤੀ ਸਨ ਟੈਕਸ ਤਾਰ ਕੇ ਹਾਈ ਕੋਰਟ 'ਚੋਂ ਜਾ ਕੇ ਸਟੇ ਲੈ ਕੇ ਤੇ ਬੱਸਾਂ ਚਲਾ ਲਈਆਂ। ਹੁਣ ਵੀ ਜਦੋਂ ਅਸੀਂ ਇਹ ਰੋਕਣ ਦੀ ਕੋਸ਼ਿਸ਼ ਕੀਤੀ ਹੈ ਤੇ ਉਹ ਸਟੇ ਵਿਖਾ ਕੇ ਫੇਰ ਹਾਈ ਕੋਰਟ 'ਚੋਂ ਇਹ ਸਟੇ ਲਏ ਆ ਕਿ ਪਿਛਲੇ ਟਰਾਂਸਪੋਰਟ ਮੰਤਰੀ ਨੇ ਜਿਹੜਾ ਵਾ ਸਿਆਸਤ ਕਾਰਨ ਸਾਡੀਆਂ ਬੱਸਾਂ ਬੰਦ ਕੀਤੀਆਂ ਸਨ ਤੇ ਅਸੀਂ ਟੈਕਸ ਤਾਰ ਕੇ ਤੇ ਬੱਸਾਂ ਚਲਾ ਲਈਆਂ। ਅਸਲ 'ਚ ਟੈਕਸ ਦਾ ਮੁੱਦਾ ਨਹੀਂ ਗਾ, ਮੁੱਦਾ ਇੱਥੇ ਹੈਗਾ ਇਹ ਪਰਮਿਟ ਹੀ ਇਲੀਗਲ ਨੇ, ਨਜਾਇਜ਼ ਨੇ, ਤੇ ਇਹਨਾਂ ਪਰਮਿਟਾਂ ਨੂੰ ਜਿਹੜਾ ਵਾ ਉਹ ਅਸੀਂ ਪੂਰੇ ਕਾਨੂੰਨੀ ਤਰੀਕੇ ਨਾਲ
ਇਹਨਾਂ ਨੂੰ ਨੋਟਿਸ ਕੱਢੇ ਆ ਤੇ ਉਹਦੇ ਬਾਅਦ ਇਹ ਪਰਮਿਟ ਰੱਦ ਕਰਾਂਗੇ। ਬੱਸਾਂ ਜਿਹੜੀਆਂ ਅਸੀਂ ਕਾਨੂੰਨੀ ਤਰੀਕੇ ਨਾਲ ਇਹ ਬੰਦ ਕਰਾਂਗੇ। ਆਖਰੀ ਸਵਾਲ ਹੈ ਮੰਤਰੀ ਸਾਹਿਬ, ਪਿਛਲੇ ਦਿਨਾਂ ਦੇ ਵਿੱਚ ਇੱਕ ਸਿਆਸਤ ਚੱਲ ਰਹੀ ਹੈ, ਉਹ ਚਾਹੇ ਸੁਖਬੀਰ ਬਾਦਲ ਦੇ ਵਿੱਚ ਹੋਵੇ ਚਾਹੇ ਭਗਵੰਤ ਮਾਨ ਸਾਹਿਬ ਦੇ ਵਿਚਾਲੇ ਹੋਵੇ, ਸ਼ਬਦੀ ਕਈ ਵਾਰ ਹਮਲੇ ਬਹੁਤ ਤਰੀਕੇ ਦੇ ਨਾਲ ਹੁੰਦੇ ਨੇ ਤੇ ਸ਼ਬਦਾਂ ਦੀ ਮਰਿਆਦਾ ਦਾ ਵੀ ਖਿਆਲ ਨਹੀਂ ਰੱਖਿਆ ਜਾ ਰਿਹਾ। ਉਸ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਤੁਸੀਂ ਕੀ ਬਤੌਰ ਮੰਤਰੀ ਤੁਸੀਂ ਕੀ ਸੋਚਦੇ ਹੋ ਕਿ ਇਸ ਤਰੀਕੇ ਦੀ ਸ਼ਬਦਾਵਲੀ ਆਖਰ ਸਿਆਸਤ ਨੂੰ ਲੈ ਕੇ ਕਿੱਥੇ ਕੁ ਖੜਾ ਕਰੂਗੀ? ਵੇਖੋ, ਕੁਰਸੀ ਦੀ ਤੇ ਅਹੁਦੇ ਦੀ ਜਿਹੜੀ ਆ ਮਾਣ ਮਰਿਆਦਾ ਹੁੰਦੀ ਆ। ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਵੇਖੋ, ਮੁੱਖ ਮੰਤਰੀ ਨੇ ਪੰਜਾਬ ਦੇ ਸਰਦਾਰ ਭਗਵੰਤ ਸਿੰਘ ਮਾਨ, ਇਹ ਜਿਹੜੀ ਕੁਰਸੀ ਨੂੰ ਇਹ ਬੋਲ ਰਹੇ ਆ, ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਬਾਰੇ ਜਿਹੜਾ ਇਹ ਬੋਲ ਰਹੇ ਆ ਕਿ ਜੋ ਵੀ ਲਫ਼ਜ਼ ਇਹਨਾਂ ਨੇ ਬੋਲੇ ਆ ਮੈਂ ਤੇ ਉਹ ਦੁਹਰਾ ਨਹੀਂ ਸਕਦਾ ਜਿਹੜੇ ਢੰਗ ਨਾਲ ਇਹ ਬੋਲੇ ਆ। ਇਹ ਵੇਖੋ, ਇਹ 3 ਕਰੋੜ ਲੋਕਾਂ ਨੇ ਫਤਵਾ ਦਿੱਤਾ। ਇਹ ਕੱਲਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਨਹੀਂ ਬੋਲ ਰਹੇ, ਇਹ ਪੰਜਾਬ ਦੇ ਲੋਕਾਂ ਨੂੰ ਗਲਤ ਬੋਲ ਰਹੇ ਆ ਤੇ ਇਹਦਾ ਗੁੱਸਾ 3 ਕਰੋੜ ਲੋਕ ਜਿਹੜੇ ਉਹ ਕਰ ਰਹੇ ਆ। ਵੇਖੋ, ਸ਼ਬਦਾਂ ਦੀ ਜਿਹੜੀ ਆਪਾਂ ਜੰਗ ਲੜਦੇ ਆ ਉਹਦੇ 'ਚ ਕੁਝ ਨਹੀਂ ਲੱਭਦਾ। ਜਦੋਂ ਆਪਾਂ ਐਵੇਂ ਦੀ ਜਿਹੜੀ ਗਲਤ ਬਿਆਨਬਾਜ਼ੀ ਕਰਦੇ ਆ, ਕਿਸੇ ਦੇ ਬਾਰੇ ਨਿੱਜੀ ਘਰੇਲੂ ਟਿੱਪਣੀ ਕਰਦੇ ਆ ਜਾਂ ਕਿਸੇ ਦੇ ਨਾਂ ਦੇ ਬਾਰੇ ਗਲਤ ਬੋਲਦੇ ਆ, ਇਹਦੇ ਨਾਲ ਅਗਲੇ ਦੀ ਸਿਆਸਤ ਤੇ ਕੋਈ ਫਰਕ ਨਹੀਂ ਪੈਂਦਾ। ਲੋਕ ਇਸ ਗੱਲ ਦਾ ਸਗੋਂ ਗੁੱਸਾ ਕਰਦੇ ਆ। ਲੋਕ ਕਹਿੰਦੇ ਕੋਈ ਮੁੱਦੇ ਦੀ ਗੱਲ ਕਰੋ, ਕੋਈ ਵਿਕਾਸ ਦੀ ਗੱਲ ਕਰੋ, ਕੋਈ ਪੰਜਾਬ ਦੀ ਗੱਲ ਕਰੋ। ਕਿੰਨੇ ਮੁੱਦੇ ਆ? ਨਹਿਰੀ ਪਾਣੀਆਂ ਦਾ ਮੁੱਦਾ ਆ, ਸਾਡੇ ਪੰਜਾਬ ਦੀਆਂ ਫਸਲਾਂ ਦਾ, ਸਾਡੇ ਪੰਜਾਬ ਦੀਆਂ ਨਸਲਾਂ ਦਾ ਮੁੱਦਾ ਆ, ਕਿੰਨੇ ਮੁੱਦੇ ਆ। ਤੇ ਆਪਾਂ ਇੱਕ ਸ਼ਬਦੀ ਜੰਗ ਕਰਕੇ ਇੱਕ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ, ਜਿੰਨੇ ਵੀ ਸਾਡੇ ਲੀਡਰ ਆ ਪੁਰਾਣੀਆਂ ਰਵਾਇਤੀ ਪਾਰਟੀਆਂ ਦੇ, ਇਹ ਸਟੇਜਾਂ ਤੋਂ ਤਕਰੀਬਨ ਚੁਟਕਲੇ ਸੁਣਾਈ ਜਿਹੜੇ ਜਾਂਦੇ ਆ ਲੋਕਾਂ ਨੂੰ। ਜਿਹੜੇ ਇਹਨਾਂ ਦੇ ਸਾਥੀ ਉਹ ਹੱਸਦੇ ਜ਼ਰੂਰ ਆ ਸਟੇਜਾਂ ਤੋਂ, ਪੱਤਰਕਾਰ ਵੀ ਕਈ ਵਾਰ ਤੁਹਾਡੇ ਭਰਾ ਵੀ ਹੱਸ ਪੈਂਦੇ ਜਦੋਂ ਮਜੀਠੀਆ ਸਾਹਿਬ ਵੀ ਸੁਣਾਉਂਦੇ ਆ ਚੁਟਕਲੇ, ਹੱਸ ਪੈਂਦੇ ਆ। ਮੁੱਖ ਮੰਤਰੀ ਸਾਹਿਬ ਵੀ ਮਾਰਤ ਰੱਖਦੇ ਨੇ ਚੁਟਕਲੇ ਸੁਣਾਉਣ 'ਚ। ਪਰ ਜਿਹੜੇ ਪੰਜਾਬ ਦੇ ਲੋਕ ਆ ਨਾ, ਉਹ ਇਹਨਾਂ ਦੇ ਚੁਟਕਲਿਆਂ ਤੇ ਹੱਸਦੇ ਨਹੀਂਗੇ, ਉਹ ਇਹਨਾਂ ਦੀ ਜਿਹੜੀ ਹਾਲਤ ਹੈ ਉਹਦੇ ਤੇ ਹੱਸਦੇ ਆ ਵੀ ਇਹਨਾਂ ਨੂੰ ਇੱਕੋ ਬੰਦਾ ਹੀ ਟਾਰਗੇਟ ਲੱਭਾ, ਸਰਦਾਰ ਭਗਵੰਤ ਸਿੰਘ ਮਾਨ। ਇਹਨਾਂ ਕੋਲ ਕੋਈ ਹੋਰ ਮੁੱਦਾ ਨਹੀਂ, ਰਵਾਇਤੀ ਪਾਰਟੀਆਂ ਦੇ ਲੀਡਰਾਂ ਕੋਲ ਕੋਈ ਹੋਰ ਮੁੱਦਾ ਨਹੀਂ, ਇਹਨਾਂ ਕੋਲ ਇੱਕੋ ਮੁੱਦਾ ਸਰਦਾਰ ਭਗਵੰਤ ਸਿੰਘ ਮਾਨ। ਵੀ ਉਹਦੇ ਤੋਂ ਸਾਨੂੰ ਡਰ ਆ, ਉਹਦੇ ਤੋਂ ਖਤਰਾ, ਬਾਕੀ ਨਹੀਂ ਅਸੀਂ ਕਿਸੇ ਤੋਂ ਲਈ ਦਿਆ। ਤੁਸੀਂ ਵੇਖਿਆ ਪਿਛਲੇ ਦਿਨੀ ਸਾਰੇ ਜਲੰਧਰ ਇੱਕ ਸਟੇਜ ਤੇ ਇਕੱਠੇ ਹੋ ਗਏ, ਜਿਹੜੇ ਇੱਕ ਦੂਜੇ ਨੂੰ ਆਂਦੇ ਸੀ ਵੀ ਸਾਲਾ, ਜੀਜਾ, ਸੂਪ, ਕਿੰਨਾ ਕੁਝ ਹੁੰਦਾ ਰਿਹਾ। ਤੇ ਹੁਣ ਜੱਫੀ ਪਾਲੀ ਕਹਿੰਦੇ ਆਪਾਂ ਇਕੱਠੇ ਹੀ ਆ, ਇੱਕੋ ਗੱਲ ਹੀ ਆ। ਇਹ ਪੰਜਾਬ ਦੇ ਭਲੇ ਲਈ ਜੱਫੀ ਪੈਣੀ ਚਾਹੀਦੀ ਹੈ, ਇਹ 'ਚ ਪੰਜਾਬ ਦਾ ਭਲਾ ਕਾਹਦਾ? ਉਹ ਤਾਂ ਕਹਿੰਦੇ ਮੁੱਖ ਮੰਤਰੀ ਸਾਹਿਬ ਨੂੰ ਪਾਵਾਂਗੇ। ਸਿੱਧੂ ਸਾਹਿਬ ਕਹਿੰਦੇ ਬੰਦਾ ਮੁੱਖ ਮੰਤਰੀ ਸਾਹਿਬ ਮਿਲ, ਮੈਂ ਉਹਨਾਂ ਨੂੰ ਵੀ ਜੱਫੀ ਪਾਉਂਗਾ। ਨਹੀਂ, ਵੇਖੋ, ਉਹ ਜੱਫੀ ਪਾਉਣੀ ਵੱਖਰੀ ਆ, ਬਸ ਸ਼ਬਦਾਂ ਦੀ ਜਿਹੜੀ ਮਰਿਆਦਾ ਉਹਨੂੰ ਸਹੀ ਕਰ ਲੈਣ, ਉਹ ਜੱਫੀ ਆ। ਜਦੋਂ ਆਪਾਂ ਸ਼ਬਦਾਂ ਦੀ ਮਰਿਆਦਾ ਸਹੀ ਕਰ ਲਾਂਗੇ ਨਾ, ਜੱਫੀ ਪਾਉਣ ਦਾ ਤਾਂ ਹੀ ਫਾਇਦਾ ਜੇ ਆਪਾਂ ਆਪਣੇ ਮੂੰਹ ਤੋਂ ਜਿਹੜੇ ਲਫ਼ਜ਼ ਨਿਕਲਦੇ ਆ ਉਹਨਾਂ ਦੀ ਮਰਿਆਦਾ ਜਿਹੜੀ ਆਪਾਂ ਉਹਨੂੰ ਸਹੀ ਕਰ ਲੈਂਦੇ, ਉਹ ਸਮਝ ਲਓ ਜੱਫੀ ਪੈ ਜਾਂਦੀ ਹੈ। ਬਹੁਤ ਸ਼ੁਕਰੀਆ ਸਮਾਂ ਦਿੱਤਾ, ਧੰਨਵਾਦ ਜੀ। ਧੰਨਵਾਦ ਨਾਨ ਜੀ, ਬਹੁਤ ਬਹੁਤ ਧੰਨਵਾਦ। ਧੰਨਵਾਦ। ਤਾਂ ਮੰਤਰੀ ਲਾਲਜੀਤ ਸਿੰਘ ਭੁੱਲਰ ਸਾਹਿਬ ਦੇ ਨਾਲ ਗੱਲਬਾਤ ਅਸੀਂ ਕਰ ਰਹੇ ਸੀ। ਇਹਨਾਂ ਦੇ 2 ਅਹਿਮ ਮਹਿਕਮੇ, ਉਹਨਾਂ ਦੇ ਵਿੱਚ ਇਹਨਾਂ ਨੇ ਕੀ ਕੁਝ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਇਹ ਕਰਨ ਜਾ ਰਹੇ ਨੇ, ਇਹ ਗੱਲਾਂ ਬਾਤਾਂ ਤੁਹਾਡੇ ਸਾਹਮਣੇ ਅਸੀਂ ਰੱਖ ਦਿੱਤੀਆਂ ਨੇ। ਤੇ ਇਹਨਾਂ ਗੱਲਾਂ ਬਾਤਾਂ ਬਾਰੇ, ਇਸ ਮੁਲਾਕਾਤ ਬਾਰੇ ਤੁਹਾਡਾ ਕੀ ਕਹਿਣਾ, ਉਹ ਸਾਨੂੰ ਟਿੱਪਣੀ ਦੇ ਰੂਪ ਦੇ ਵਿੱਚ ਜ਼ਰੂਰ ਦੱਸਣਾ। ਫਿਲਹਾਲ ਮੈਨੂੰ ਨੰਦਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ। ਵੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।